ਮੇਰੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ ਮੈਨੂੰ ਤਲਾਕ ਦੇ ਦਿੱਤਾ ਸੀ ਕਿਉਂਕਿ ਮੈਂ ਮਾਂ ਨਹੀਂ ਬਣ ਸਕਦੀ ਸੀ। 1 ਸਾਲ ਬਾਅਦ ਉਸਦੇ ਘਰ ਬੇਟੀ ਦਾ ਜਨਮ ਹੋਇਆ ਤੇ ਉਸਨੇ ਮੈਨੂੰ ਆਪਣੇ ਬੇਟੇ ਦੇ ਪਹਿਲੇ ਜਨਮ ਦਿਨ 'ਤੇ ਬੁਲਾਇਆ ਤਾਂ ਕਿ ਉਹ ਸਭ ਕੁਝ ਦੇਖ ਕੇ ਮੈਨੂੰ ਬੁਰਾ ਲੱਗੇ। ਉਸ ਦਾ ਪਲਾਨ ਮੈਨੂੰ ਚੰਗੀ ਤਰ੍ਹਾਂ ਪਤਾ ਸੀ, ਇਸ ਲਈ ਪਾਰਟੀ ਵਿੱਚ ਜਾਣ ਲੱਗੇ ਮੈਂ ਇੱਕ ਲਿਫਾਫਾ ਲੈ ਕੇ ਗਈ। ਜਦ ਮੈਂ ਪਾਰਟੀ ਵਿੱਚ ਪਹੁੰਚੀ ਤਾਂ ਉਹ ਮੈਨੂੰ ਦੇਖ ਕੇ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਿਆ, ਦੇਖ, ਤੈਨੂੰ ਤਲਾਕ ਦੇਣ ਦਾ ਮੇਰਾ ਫੈਸਲਾ ਇੱਕਦਮ ਸਹੀ ਸੀ। ਅੱਜ ਮੈਂ ਇੱਕ ਬੱਚੇ ਦਾ ਬਾਪ ਬਣ ਗਿਆ ਹਾਂ। ਉਸ ਦੀ ਗੱਲ ਸੁਣ ਕੇ ਮੈਨੂੰ ਹਾਸੀ ਆਈ। ਫਿਰ ਮੈਂ ਉਸ ਨੂੰ ਲਿਫਾਫਾ ਦੇ ਕੇ ਕਿਹਾ ਕਿ ਇਸ ਨੂੰ ਧਿਆਨ ਨਾਲ ਦੇਖੀ। ਜਿਵੇਂ ਹੀ ਉਸਨੇ ਉਹ ਲਿਫਾਫਾ ਦੇਖਿਆ ਤਾਂ ਉਸਦੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ। ਮੇਰਾ ਨਾਮ ਦਾਮਨੀ ਹੈ। ਅੱਜ ਮੇਰੀ ਦਰਾਣੀ ਦੇ ਬੇਟੇ ਦੇ ਜਨਮ ਦਿਨ 'ਤੇ ਘਰ ਵਿੱਚ ਪੂਜਾ ਰਖਵਾਈ ਗਈ ਸੀ ਤੇ ਮੈਂ ਪੂਜਾ ਲਈ ਆਏ ਹੋਏ ਸਮਾਨ ਨੂੰ ਹੱਥ ਲਗਾ ਦਿੱਤਾ ਸੀ। ਬਸ ਫਿਰ ਕੀ ਸੀ, ਮੇਰੀ ਸੱਸ ਨੇ ਮੈਨੂੰ ਪੂਜਾ ਦੇ ਸਮਾਨ ਨੂੰ ਹੱਥ ਲਗਾਉਂਦੇ ਹੋਏ ਨੂੰ ਦੇਖ ਲਿਆ। ਉਹ ਮੇਰੇ 'ਤੇ ਜ਼ੋਰ-ਜ਼ੋਰ ਦੀ ਚਿਲਾਉਣ ਲੱਗੀ। ਉਹ ਕਹਿਣ ਲੱਗੀ ਕਿ ਤੂੰ ਉਸ ਸਮਾਨ ਨੂੰ ਹੱਥ ਕਿਉਂ ਲਾਇਆ? ਤੈਨੂੰ ਇੱਕ ਛੋਟੀ ਜਿਹੀ ਗੱਲ ਸਮਝ ਨਹੀਂ ਆਉਂਦੀ ਕਿ ਇਹ ਅਨੁਰਾਧਾ ਦੇ ਬੇਟੇ ਦੇ ਜਨਮ ਦਿਨ ਦੀ ਪੂਜਾ ਦਾ ਸਮਾਨ ਹੈ। ਤੇਰੇ ਵਰਗੀ ਬਾਂਝ ਔਰਤ ਦੇ ਹੱਥ ਲਗਾਉਣ ਨਾਲ ਹੁਣ ਅਪਸ਼ਗਨ ਹੋ ਗਿਆ ਹੈ। ਜਾਂ ਫਿਰ ਕਿਤੇ ਐਵੇਂ ਤਾਂ ਨਹੀਂ ਕਿ ਤੇਰੇ ਤੋਂ ਆਪਣੀ ਦਰਾਣੀ ਦਾ ਸੁੱਖ ਦੇਖਿਆ ਨਹੀਂ ਜਾ ਰਿਹਾ ਹੈ। ਇੰਨਾ ਸੁਣਦੇ ਹੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਤਿਪ-ਤਿਪ ਕਰਕੇ ਡਿੱਗਣ ਲੱਗ ਪਏ। ਪਰ ਫਿਰ ਵੀ ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਦੇ ਹੋਏ ਕਿਹਾ, ਮਾਂ ਜੀ, ਇਸ ਤੋਂ ਅੱਗੇ ਮੇਰੇ ਤੋਂ ਕੁਝ ਕਿਹਾ ਹੀ ਨਹੀਂ ਗਿਆ। ਐਨੇ ਨੂੰ ਮੇਰੀ ਦਰਾਣੀ ਅਨੁਰਾਧਾ, ਜੋ ਕਿ ਮੇਰੀ ਦਰਾਣੀ ਘੱਟ ਤੇ ਸਹੇਲੀ ਜ਼ਿਆਦਾ ਸੀ, ਮੈਨੂੰ ਤਾਨਾ ਮਾਰਦੀ ਹੋਈ ਕਹਿਣ ਲੱਗੀ ਕਿ ਦੀਦੀ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਸ਼ਾਇਦ ਮੇਰਾ ਮਾਂ ਬਣਨਾ ਤੁਹਾਡੇ ਤੋਂ ਦੇਖਿਆ ਨਹੀਂ ਜਾ ਰਿਹਾ ਹੈ। ਇੰਨਾ ਅਪਮਾਨ ਸਹਿਣ ਤੋਂ ਬਾਅਦ ਮੈਂ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਦੇਖਣ ਲੱਗੀ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸੀ। ਵੈਸੇ ਵੀ ਇਹ ਸਾਡੀ ਲਵ ਮੈਰਿਜ ਹੋਈ ਸੀ। ਮੈਨੂੰ ਲੱਗਿਆ ਕਿ ਉਹ ਮੇਰੇ ਵੱਲ ਤੋਂ ਕੁਝ ਤਾਂ ਕਹਿਣਗੇ, ਪਰ ਉਹ ਉਲਟਾ ਮੈਨੂੰ ਹੀ ਸੁਣਾਉਣ ਲੱਗੇ, ਤੂੰ ਤਾਂ ਅਨੁਰਾਧਾ ਨੂੰ ਆਪਣੀ ਭੈਣ ਦੀ ਤਰ੍ਹਾਂ ਮੰਨਦੀ ਆ ਨਾ, ਫਿਰ ਤੂੰ ਉਸ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ? ਉਹਨਾਂ ਦਾ ਇਸ ਤਰ੍ਹਾਂ ਗੁੱਸੇ ਨਾਲ ਬੋਲਣਾ, ਇਹ ਸੁਣ ਕੇ ਮੈਂ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਗਈ ਸੀ। ਕਿਉਂਕਿ ਕੋਈ ਵੀ ਔਰਤ ਆਪਣੀ ਸੱਸ ਤੇ ਦਰਾਣੀ ਨੂੰ ਸਹਿਣ ਕਰ ਸਕਦੀ ਹੈ, ਪਰ ਜੇ ਉਸ ਦਾ ਆਪਣਾ ਪਤੀ, ਜਿਸ ਨੂੰ ਉਸਨੇ ਆਪਣਾ ਸਭ ਕੁਝ ਮੰਨਿਆ ਹੋਵੇ, ਜਿਸ ਨਾਲ ਜਨਮਾਂ ਜਨਮਾਂ ਨਾਲ ਰਹਿਣ ਦੀਆਂ ਕਸਮਾਂ ਖਾਧੀਆਂ ਹੋਣ, ਜੇ ਉਹ ਇਸ ਤਰ੍ਹਾਂ ਕਰੇ ਤਾਂ ਫਿਰ ਇੱਕ ਔਰਤ ਕੀ ਕਰ ਸਕਦੀ ਹੈ? ਮੈਂ ਰੋਂਦੇ ਰੋਂਦੇ ਜਾ ਕੇ ਰਸੋਈ ਵਿੱਚ ਕੰਮ ਕਰਨ ਲੱਗ ਪਈ। ਬਾਂਝ ਹੋਣ ਦੇ ਕਾਰਨ ਪੂਜਾ ਵਿੱਚ ਸ਼ਾਮਲ ਨਹੀਂ ਹੋ ਸਕਦੀ ਸੀ, ਪਰ ਬਹੂ ਹੋਣ ਦੇ ਨਾਤੇ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ 'ਤੇ ਹੀ ਸੀ। ਮੈਂ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਮਾਂ ਬਣ ਸਕਣਾ ਜਾਂ ਨਾ ਬਣ ਸਕਣਾ, ਇਹ ਇੱਕ ਔਰਤ ਦੇ ਹੱਥਾਂ ਵਿੱਚ ਥੋੜ੍ਹੀ ਨਾ ਹੁੰਦਾ ਹੈ। ਮੇਰੀ ਸੱਸ ਵੀ ਪੜ੍ਹੀ ਲਿਖੀ ਸੀ ਤੇ ਮੇਰੀ ਦਰਾਣੀ ਵੀ ਸਕੂਲ ਵਿੱਚ ਇੱਕ ਟੀਚਰ ਸੀ ਤੇ ਮੇਰੇ ਪਤੀ ਵੀ ਇੰਜੀਨੀਅਰ ਸਨ। ਤੇ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਇੰਨੇ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਕਿੰਨੇ ਪਰੰਪਰਾਵਾਦੀ ਹਨ ਕਿ ਸਿਰਫ ਪੂਜਾ ਦੇ ਸਮਾਨ ਨੂੰ ਹੱਥ ਲਗਾਉਣ ਨਾਲ ਹੀ ਅਪਸ਼ਗਨ ਹੋ ਗਿਆ। ਮੈਨੂੰ ਅੱਜ ਵੀ ਯਾਦ ਹੈ ਕਿ ਕਿਸ ਤਰ੍ਹਾਂ ਮੈਂ ਤੇ ਸੁਧੀਰ ਪਹਿਲੀ ਵਾਰ ਆਫਿਸ ਵਿੱਚ ਮਿਲੇ ਸੀ। ਮੈਨੂੰ ਆਫਿਸ ਜੁਆਇਨ ਕੀਤੇ ਹੋਏ ਕੁਝ ਹੀ ਦਿਨ ਹੋਏ ਸੀ। ਇੱਕ ਦਿਨ ਮੈਂ ਆਫਿਸ ਵਿੱਚ ਪ੍ਰੈਜੈਂਟੇਸ਼ਨ ਦੇ ਰਹੀ ਸੀ ਤੇ ਬੌਸ ਦੇ ਨਾਲ ਬੈਠੇ ਉੱਥੇ ਸਾਰੇ ਲੋਕਾਂ ਨੇ ਮੇਰੀ ਪ੍ਰੈਜੈਂਟੇਸ਼ਨ ਦੀ ਤਾਰੀਫ ਕੀਤੀ ਸੀ। ਸੁਧੀਰ ਨੇ ਵੀ। ਉਹ ਮੇਰੀ ਪ੍ਰੈਜੈਂਟੇਸ਼ਨ ਤੋਂ ਪ੍ਰਭਾਵਿਤ ਹੋਏ ਸਨ। ਇੱਕ ਹੀ ਆਫਿਸ ਵਿੱਚ ਇੱਕ ਦੂਜੇ ਨਾਲ ਕੰਮ ਕਰਦੇ ਕਰਦੇ ਅਸੀਂ ਦੋਨੋਂ ਕਦ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ, ਇਹ ਸਾਨੂੰ ਵੀ ਪਤਾ ਨਹੀਂ ਚੱਲਿਆ। ਘਰਦਿਆਂ ਨੂੰ ਜਦੋਂ ਦੱਸਿਆ ਤਾਂ ਉਹਨਾਂ ਨੇ ਵੀ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਸਾਡਾ ਵਿਆਹ ਹੋ ਗਿਆ। ਮੇਰੀ ਸੱਸ ਦਾ ਤੇ ਨਣਦ ਦਾ ਬਹੁਤ ਹੀ ਚੰਗਾ ਸੁਭਾਅ ਸੀ। ਇੰਨਾ ਚੰਗਾ ਪਤੀ ਮੈਨੂੰ ਮਿਲਿਆ ਹੈ, ਇਸ ਲਈ ਮੈਂ ਖੁਦ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਸੀ। ਸੁਧੀਰ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਿਆਹ ਤੋਂ 2-3 ਸਾਲ ਤੱਕ ਮੈਨੂੰ ਬੱਚਾ ਨਹੀਂ ਚਾਹੀਦਾ। ਪਹਿਲਾਂ ਲਾਈਫ ਇੰਜੋਏ ਕਰਾਂਗੇ ਤੇ ਫਿਰ ਬੱਚੇ ਦੀ ਜ਼ਿੰਮੇਵਾਰੀ ਉਠਾਵਾਂਗੇ। ਤੇ ਸ਼ਾਇਦ ਇਸ ਲਈ ਘਰ ਵਾਲੇ ਵੀ 2-3 ਸਾਲ ਤੱਕ ਬੱਚੇ ਨੂੰ ਲੈ ਕੇ ਕੁਝ ਨਹੀਂ ਬੋਲੇ। ਪਰ ਵਿਆਹ ਨੂੰ 6 ਸਾਲ ਹੁੰਦੇ ਹੀ ਘਰ ਦੇ ਤਾਨੇ ਮਾਰਨ ਲੱਗ ਗਏ। ਘਰ ਦੇ ਮੈਂਬਰ ਤੇ ਰਿਸ਼ਤੇਦਾਰ ਮੈਨੂੰ ਪਿੱਠ ਪਿੱਛੇ ਬਾਂਝ ਕਹਿਣ ਲੱਗੇ। ਮੈਨੂੰ ਬੱਚਾ ਨਹੀਂ ਹੋ ਰਿਹਾ ਸੀ, ਇਸ ਲਈ ਸੁਧੀਰ ਵੀ ਪਹਿਲਾਂ ਕੁਝ ਨਹੀਂ ਬੋਲਿਆ, ਪਰ ਹੁਣ ਉਹ ਵੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਸੀ। ਉਹ ਮੇਰੇ ਨਾਲ ਸਿਰਫ ਮਤਲਬ ਦੀ ਹੀ ਗੱਲ ਕਰਦਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਦੋਨੋਂ ਪਤੀ ਪਤਨੀ ਹੈ ਹੀ ਨਹੀਂ।
ਪਰ ਮੈਂ ਆਪਣਾ ਦੁੱਖ ਕਿਸ ਨੂੰ ਦੱਸਾਂ? ਮੈਨੂੰ ਕੌਣ ਸਮਝੇਗਾ? ਅੱਜ ਸਾਡੇ ਵਿਆਹ ਨੂੰ 9 ਸਾਲ ਹੋ ਗਏ ਹਨ। ਮੈਂ ਸੋਚਣ ਲੱਗੀ ਕਿ ਅੱਜ ਸੁਧੀਰ ਆਪਣੀ ਚੁੱਪੀ ਤੋੜ ਕੇ ਮੈਨੂੰ ਵਿਸ਼ ਜ਼ਰੂਰ ਕਰੇਗਾ। ਇਸ ਲਈ ਮੈਂ ਉਸ ਦੀ ਪਸੰਦ ਦਾ ਨਾਸ਼ਤਾ ਬਣਾਇਆ, ਪਰ ਉਸਨੇ ਚੁੱਪ ਕਰਕੇ ਨਾਸ਼ਤਾ ਕਰ ਲਿਆ ਤੇ ਇੱਕ ਵੀ ਸ਼ਬਦ ਕਹੇ ਬਿਨਾਂ ਚੁੱਪਚਾਪ ਆਫਿਸ ਨੂੰ ਚਲੇ ਗਿਆ। ਸੁਧੀਰ ਦੇ ਆਫਿਸ ਜਾਣ ਤੋਂ ਬਾਅਦ ਮੈਂ ਆਫਿਸ ਵਿੱਚ ਫੋਨ ਕਰਕੇ ਦੱਸਿਆ ਕਿ ਅੱਜ ਮੇਰੀ ਤਬੀਅਤ ਖਰਾਬ ਹੈ। ਮੈਂ ਇਸ ਤਰ੍ਹਾਂ ਕਹਿ ਕੇ ਛੁੱਟੀ ਲੈ ਲਈ ਤਾਂ ਕਿ ਸੁਧੀਰ ਨੂੰ ਚੰਗਾ ਜਿਹਾ ਸਰਪ੍ਰਾਈਜ਼ ਦੇ ਸਕਾਂ। ਸੁਧੀਰ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੂੰ ਛੁੱਟੀ ਕਿਉਂ ਲਈ, ਕੀ ਤੇਰੀ ਤਬੀਅਤ ਠੀਕ ਨਹੀਂ? ਮੈਂ ਰਾਤ ਦੇ ਖਾਣੇ ਵਿੱਚ ਵਧੀਆ ਵਧੀਆ ਡਿਸ਼ਿਜ਼ ਬਣਾਈਆਂ, ਬੈੱਡਰੂਮ ਵਧੀਆ ਫੁੱਲਾਂ ਤੇ ਮੋਮਬੱਤੀਆਂ ਨਾਲ ਸਜਾਇਆ ਤੇ ਉਸ ਦੀ ਪਸੰਦ ਦਾ ਲਾਲ ਰੰਗ ਦਾ ਸੂਟ ਪਾਇਆ। ਮੈਨੂੰ ਅੱਜ ਪੂਰਾ ਯਕੀਨ ਸੀ ਕਿ ਸੁਧੀਰ ਆਪਣੀ ਚੁੱਪੀ ਤੋੜ ਕੇ ਮੇਰੇ ਨਾਲ ਗੱਲ ਕਰੇਗਾ ਤੇ ਮੈਂ ਉਸ ਨੂੰ ਬੱਚਾ ਗੋਦ ਲੈਣ ਬਾਰੇ ਰਾਜ਼ੀ ਕਰ ਲਵਾਂਗੀ। ਪਰ ਜਦੋਂ ਉਹ ਘਰ ਆਇਆ ਉਸਨੇ ਮੇਰੇ ਵੱਲ ਇੱਕ ਵਾਰ ਵੀ ਦੇਖਿਆ ਨਹੀਂ। ਮੈਨੂੰ ਲੱਗਿਆ ਕਿ ਸ਼ਾਇਦ ਉਹ ਬੈੱਡਰੂਮ ਵਿੱਚ ਜਾ ਕੇ ਵਿਸ਼ ਜ਼ਰੂਰ ਕਰੇਗਾ, ਪਰ ਸਭ ਕੁਝ ਉਲਟਾ ਹੀ ਹੋ ਗਿਆ। ਵਿਸ਼ ਕਰਨਾ ਤਾਂ ਦੂਰ, ਉਸਨੇ ਮੇਰੇ ਵੱਲ ਦੇਖਿਆ ਵੀ ਨਹੀਂ। ਥੋੜੀ ਦੇਰ ਬਾਅਦ ਮੈਥੋਂ ਹੀ ਰਿਹਾ ਨਾ ਗਿਆ ਤੇ ਮੈਂ ਉਸ ਨੂੰ ਕਿਹਾ, ਸੁਧੀਰ, ਅੱਜ ਆਪਣੇ ਵਿਆਹ ਦੀ ਸਾਲਗਿਰਾ ਹੈ, ਉਹ ਵੀ ਭੁੱਲ ਗਏ ਤੁਸੀਂ? ਇਹ ਸੁਣਦੇ ਹੀ ਉਹ ਕਹਿਣ ਲੱਗੇ ਕਿ ਨਹੀਂ ਨਹੀਂ, ਇਹ ਦਿਨ ਤਾਂ ਮੈਂ ਭੁੱਲਣਾ ਵੀ ਚਾਹਾਂ ਤਾਂ ਵੀ ਨਹੀਂ ਭੁੱਲ ਸਕਦਾ, ਕਿਉਂਕਿ ਅੱਜ ਦੇ ਦਿਨ ਹੀ ਇੱਕ ਬਾਂਝ ਔਰਤ ਮੇਰੇ ਪੱਲੇ ਪੈ ਗਈ ਸੀ। ਉਸ ਦੇ ਅਜਿਹੇ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਜਿਵੇਂ ਹਨੇਰਾ ਛਾ ਗਿਆ ਹੋਵੇ। ਮੈਂ ਆਪਣੇ ਹੰਝੂਆਂ ਨੂੰ ਰੋਕ ਕੇ ਕਹਿਣ ਲੱਗੀ, ਕੀ ਆਪਾਂ ਬੱਚਾ ਗੋਦ ਨਹੀਂ ਲੈ ਸਕਦੇ? ਤੈਨੂੰ ਮੈਂ ਕਿੰਨੀ ਵਾਰ ਕਿਹਾ ਹੈ ਤੇ ਇਸ ਬਾਰੇ ਆਪਣੀ ਕਿੰਨੀ ਵਾਰ ਬਹਿਸ ਹੋ ਚੁੱਕੀ ਹੈ। ਮੈਂ ਦੂਜੇ ਦਾ ਬੱਚਾ ਤੇ ਦੂਜੇ ਦਾ ਖੂਨ ਗੋਦ ਨਹੀਂ ਲੈ ਸਕਦਾ। ਮੇਰਾ ਖੁਦ ਦਾ ਮੈਨੂੰ ਬੱਚਾ ਚਾਹੀਦਾ ਹੈ, ਜੋ ਕਿ ਤੂੰ ਮੈਨੂੰ ਇਸ ਜਨਮ ਵਿੱਚ ਤਾਂ ਦੇ ਨਹੀਂ ਸਕਦੀ। ਤੇ ਹਾਂ, ਅੱਜ ਆਪਣੇ ਵਿਆਹ ਦੀ ਸਾਲਗਿਰਾ ਹੈ। ਮੈਂ ਤੈਨੂੰ ਇੱਕ ਅਲੱਗ ਹੀ ਗਿਫਟ ਲੈ ਕੇ ਆਇਆ ਹਾਂ। ਮੈਂ ਸੋਚਣ ਲੱਗੀ ਕਿ ਜਿਹੜੇ ਇਨਸਾਨ ਨੇ ਬਾਰ-ਬਾਰ ਨਾਂ ਦੀ ਹੀ ਰੱਟ ਲਗਾਈ ਹੋਈ ਹੈ, ਉਹ ਮੇਰੇ ਲਈ ਕੀ ਗਿਫਟ ਲੈ ਕੇ ਆਇਆ ਹੋਵੇਗਾ। ਸੁਧੀਰ ਨੇ ਮੈਨੂੰ ਇੱਕ ਲਿਫਾਫਾ ਦਿੱਤਾ। ਮੈਂ ਵੀ ਬੜੇ ਉਤਸ਼ਾਹ ਨਾਲ ਉਸ ਨੂੰ ਖੋਲ੍ਹ ਕੇ ਦੇਖਣ ਲੱਗੀ, ਪਰ ਜਦ ਮੈਂ ਲਿਫਾਫੇ ਵਿੱਚ ਦੇਖਿਆ ਤਾਂ ਉਸ ਵਿੱਚ ਤਲਾਕ ਦੇ ਕਾਗਜ਼ ਸਨ। ਉਹਨਾਂ ਕਾਗਜ਼ਾਂ ਨੂੰ ਦੇਖ ਕੇ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਜਿਹੜਾ ਇਨਸਾਨ ਮੇਰੀ ਇੰਨੀ ਤਾਰੀਫ ਕਰਦਾ ਸੀ, ਮੈਨੂੰ ਇੰਨਾ ਪਿਆਰ ਕਰਦਾ ਸੀ, ਉਹ ਇੱਕ ਬੱਚੇ ਦੇ ਲਈ ਮੈਨੂੰ ਤਲਾਕ ਦੇ ਦੇਵੇਗਾ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸਮਾਨ ਹੀ ਮੇਰੇ ਤੇ ਡਿੱਗ ਪਿਆ ਹੋਵੇ। ਮੇਰਾ ਦਿਲ ਕਰਦਾ ਸੀ ਕਿ ਮੈਂ ਜ਼ੋਰ-ਜ਼ੋਰ ਦੀ ਰੋਵਾਂ, ਪਰ ਫਿਰ ਵੀ ਆਪਣੇ ਦਿਲ ਨੂੰ ਕਾਬੂ ਕਰਕੇ ਮੈਂ ਉਸ ਤਲਾਕ ਦੇ ਪੇਪਰਸ 'ਤੇ ਸਾਈਨ ਕਰ ਦਿੱਤੇ, ਕਿਉਂਕਿ ਜਦ ਉਸ ਦੇ ਦਿਲ ਵਿੱਚ ਮੇਰੇ ਲਈ ਪਿਆਰ ਹੀ ਨਹੀਂ ਤਾਂ ਉਸ ਨਾਲ ਰਹਿਣ ਦਾ ਵੀ ਕੀ ਫਾਇਦਾ। ਦੂਜੇ ਦਿਨ ਮੈਂ ਉਸ ਘਰ ਵਿੱਚੋਂ ਚਲੀ ਗਈ ਤੇ ਸੁਧੀਰ ਵੀ ਇਹੀ ਚਾਹੁੰਦਾ ਸੀ। ਕੁਝ ਦਿਨਾਂ ਬਾਅਦ ਮੈਂ ਬਹੁਤ ਕੋਸ਼ਿਸ਼ ਕਰਕੇ ਆਪਣਾ ਟ੍ਰਾਂਸਫਰ ਦੂਜੀ ਬ੍ਰਾਂਚ ਵਿੱਚ ਕਰਵਾ ਲਿਆ, ਕਿਉਂਕਿ ਉਸ ਦੇ ਨਾਲ ਕੰਮ ਕਰਨ ਦਾ ਮਤਲਬ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਸੀ। 1 ਮਹੀਨੇ ਬਾਅਦ ਹੀ ਉਸਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ 1 ਸਾਲ ਬਾਅਦ ਪਤਾ ਚੱਲਿਆ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ। ਬੇਟਾ ਹੋਣ ਦੀ ਖੁਸ਼ੀ ਵਿੱਚ ਉਸਨੇ ਪਾਰਟੀ ਰੱਖੀ ਸੀ ਤੇ ਉਸ ਪਾਰਟੀ ਵਿੱਚ ਮੈਨੂੰ ਵੀ ਬੁਲਾਇਆ ਸੀ ਤਾਂ ਕਿ ਉਹ ਮੇਰਾ ਅਪਮਾਨ ਕਰ ਸਕੇ। ਮੈਂ ਵੀ ਉਸ ਪਾਰਟੀ ਵਿੱਚ ਚਲੇ ਗਈ। ਮੈਨੂੰ ਦੇਖਦੇ ਹੀ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਦੇਖਿਆ, ਤੈਨੂੰ ਤਲਾਕ ਦੇਣ ਦਾ ਮੇਰਾ ਫੈਸਲਾ ਕਿੰਨਾ ਸਹੀ ਸੀ। ਮੈਂ ਬਾਪ ਬਣ ਗਿਆ ਹਾਂ। ਮੈਂ ਵੀ ਬਹੁਤ ਨਿਮਰਤਾ ਨਾਲ ਉਸ ਨੂੰ ਬਾਪ ਬਣਨ ਦੀ ਵਧਾਈ ਦਿੱਤੀ। ਫਿਰ ਬਾਅਦ ਵਿੱਚ ਮੈਂ ਜਿਹੜਾ ਲਿਫਾਫਾ ਲੈ ਕੇ ਆਈ ਸੀ ਉਸ ਨੂੰ ਦਿੰਦੇ ਹੋਏ ਕਿਹਾ ਕਿ ਮੇਰੇ ਵੱਲ ਤੋਂ ਇਹ ਇੱਕ ਸਰਪ੍ਰਾਈਜ਼ ਗਿਫਟ ਹੈ। ਸਰਪ੍ਰਾਈਜ਼ ਗਿਫਟ ਦਾ ਨਾਮ ਸੁਣਦੇ ਹੀ ਉਹ ਥੋੜਾ ਜਿਹਾ ਹੈਰਾਨ ਹੋ ਗਿਆ, ਕਿਉਂਕਿ ਵਿਆਹ ਦੀ ਸਾਲਗਿਰਾ ਤੇ ਮੈਨੂੰ ਵੀ ਉਸਨੇ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਸੀ, ਤਲਾਕ ਦੇ ਪੇਪਰਸ। ਹੁਣ ਇਹ ਮੈਨੂੰ ਕਿਹੜਾ ਗਿਫਟ ਦੇ ਰਹੀ ਹੈ, ਇਹ ਸੋਚਦੇ ਹੋਏ ਉਸਨੇ ਲਿਫਾਫਾ ਖੋਲ੍ਹਿਆ ਤੇ ਜੋ ਦੇਖਿਆ ਉਸ ਨੂੰ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਦਸੰਬਰ ਦੀ ਕੜਕਦੀ ਠੰਡ ਵਿੱਚ ਵੀ ਉਸ ਨੂੰ ਪਸੀਨੇ ਆ ਗਏ ਸੀ, ਕਿਉਂਕਿ ਉਸ ਲਿਫਾਫੇ ਦੇ ਅੰਦਰ ਉਸ ਦੀ ਮੈਡੀਕਲ ਰਿਪੋਰਟ ਸੀ ਤੇ ਉਸ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ। ਉਹ ਆਪਣੀ ਪਤਨੀ ਦੇ ਵੱਲ ਦੇਖਣ ਲੱਗਿਆ ਤੇ ਉਸ ਦੀਆਂ ਝੁਕੀਆਂ ਹੋਈਆਂ ਨਜ਼ਰਾਂ ਨੇ ਸਭ ਕੁਝ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰ ਦਿੱਤਾ ਸੀ। ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਫੈਸਲਾ ਲੈਣਾ ਹੈ ਕਿ ਤੂੰ ਦੂਸਰੇ ਦਾ ਬੱਚਾ, ਦੂਸਰੇ ਦਾ ਖੂਨ ਗੋਦ ਲੈਣਾ ਹੈ ਜਾਂ ਨਹੀਂ। ਅਜਿਹਾ ਕਹਿ ਕੇ ਮੈਂ ਉੱਥੋਂ ਵਾਪਸ ਆ ਗਈ। ਦੂਜੇ ਦਿਨ ਉਹ ਤੇ ਉਸ ਦੀ ਮਾਂ ਮੇਰੇ ਘਰ ਆ ਗਏ। ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿਣ। ਫਿਰ ਉਹ ਕਹਿਣ ਲੱਗਿਆ ਕਿ ਉਹ ਮੈਡੀਕਲ ਰਿਪੋਰਟ
ਮੈਂ ਉਸ ਨੂੰ ਦੱਸਿਆ ਕਿ ਤੈਨੂੰ ਯਾਦ ਹੈ ਕਿ ਆਪਾਂ ਦੋਨਾਂ ਨੇ ਮੈਡੀਕਲ ਚੈੱਕਅਪ ਕਰਵਾਇਆ ਸੀ ਤੇ ਕਿਸੇ ਕੰਮ ਦੀ ਵਜ੍ਹਾ ਨਾਲ ਤੁਸੀਂ ਮੈਡੀਕਲ ਰਿਪੋਰਟ ਨਹੀਂ ਲੈਣ ਜਾ ਸਕੇ ਸੀ। ਫਿਰ ਮੈਂ ਇਕੱਲੀ ਹੀ ਗਈ ਸੀ। ਇਸ 'ਤੇ ਸੁਧੀਰ ਕਹਿਣ ਲੱਗਿਆ ਕਿ ਹਾਂ ਤੇ ਫਿਰ ਘਰ ਆ ਕੇ ਤੂੰ ਕਿਹਾ ਸੀ ਕਿ ਕਮੀ ਤੇਰੇ ਵਿੱਚ ਹੀ ਹੈ। ਫਿਰ ਤੂੰ ਝੂਠ ਕਿਉਂ ਬੋਲੀ? ਕਿਉਂ ਇੰਨੇ ਦਿਨਾਂ ਤੱਕ ਸਭ ਦੇ ਤਾਨੇ ਸੁਣੇ? ਕੀ ਜ਼ਰੂਰਤ ਸੀ ਤੈਨੂੰ ਝੂਠ ਬੋਲਣ ਦੀ? ਮੈਂ ਕਿਹਾ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਸੀ। ਮੈਨੂੰ ਲੱਗਿਆ ਜੇ ਤੁਹਾਨੂੰ ਸੱਚ ਦਾ ਪਤਾ ਲੱਗਿਆ ਤਾਂ ਤੁਸੀਂ ਇਸ ਨੂੰ ਸਹਿਣ ਨਹੀਂ ਕਰ ਸਕੋਗੇ ਤੇ ਤੁਸੀਂ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਜਾਵੋਗੇ। ਮੈਂ ਤੁਹਾਨੂੰ ਅਜਿਹੀ ਹਾਲਤ ਵਿੱਚ ਨਹੀਂ ਦੇਖ ਸਕਦੀ ਸੀ। ਮੇਰਾ ਕੀ ਸੀ, ਮੈਨੂੰ ਤਾਂ ਆਦਤ ਹੋ ਗਈ ਸੀ ਇਹ ਸਭ ਤਾਨੇ ਸੁਣਨ ਦੀ। ਮੈਂ ਸਭ ਦੇ ਤਾਨੇ ਸਹਿਣ ਕਰ ਲੈਂਦੀ ਸੀ, ਪਰ ਜਦ ਤੁਸੀਂ ਮੈਨੂੰ ਸੁਣਾਉਣ ਲੱਗੇ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਸੁਧੀਰ ਕਹਿਣ ਲੱਗੇ ਕਿ ਜਦ ਮੈਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੂੰ ਜਦ ਕਿਉਂ ਨਹੀਂ ਸੱਚ ਬੋਲਿਆ? ਸੁਧੀਰ, ਗਲਤੀ ਮੇਰੀ ਹੀ ਹੈ ਜੋ ਮੈਂ ਤੈਨੂੰ ਇੰਨਾ ਪਿਆਰ ਕੀਤਾ ਤੇ ਤੇਰੇ ਤੇ ਵਿਸ਼ਵਾਸ ਕੀਤਾ ਕਿ ਚਾਹੇ ਕੋਈ ਕੁਝ ਵੀ ਕਹੇ ਪਰ ਤੁਸੀਂ ਮੈਨੂੰ ਇਕੱਲਾ ਨਹੀਂ ਛੱਡ ਸਕਦੇ। ਜਦ ਤੁਹਾਡਾ ਪਿਆਰ ਹੀ ਖਤਮ ਹੋ ਗਿਆ ਤਾਂ ਨਾਲ ਰਹਿ ਕੇ ਵੀ ਕੀ ਹੁੰਦਾ? ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਸਾਡੇ ਤੋਂ ਗਲਤੀ ਹੋ ਗਈ ਬਹੂ, ਹੋ ਸਕੇ ਤਾਂ ਸਾਨੂੰ ਮਾफ़ ਕਰ ਦੇ ਤੇ ਸਭ ਕੁਝ ਭੁੱਲ ਕੇ ਸਾਡੇ ਨਾਲ ਆਪਣੇ ਘਰ ਵਾਪਸ ਚੱਲ। ਮੈਂ ਉਹਨਾਂ ਨੂੰ ਕਿਹਾ ਕਿ ਗੱਲ ਮਾफ़ ਕਰਨ ਜਾਂ ਨਾ ਕਰਨ ਦੀ ਨਹੀਂ ਹੈ, ਗੱਲ ਆਤਮ ਸਨਮਾਨ ਦੀ ਹੈ ਤੇ ਹੁਣ ਉਸ ਘਰ ਵਿੱਚ ਮੈਂ ਪੈਰ ਨਹੀਂ ਰੱਖ ਸਕਦੀ। ਸੁਧੀਰ, ਅਗਲੇ ਹਫ਼ਤੇ ਮੇਰਾ ਵਿਆਹ ਹੈ ਤੇ ਉਹ ਸਰਪ੍ਰਾਈਜ਼ ਗਿਫਟ ਮੈਂ ਤੁਹਾਨੂੰ ਇਸ ਲਈ ਦਿੱਤਾ ਸੀ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਤੁਸੀਂ ਇਹ ਸਭ ਜਾਣ ਕੇ ਦੂਜੇ ਦਾ ਬੱਚਾ ਤੇ ਦੂਜੇ ਦਾ ਖੂਨ ਗੋਦ ਲੈਂਦੇ ਹੋ ਜਾਂ ਨਹੀਂ। ਕਿਉਂਕਿ ਜਦ ਮੈਂ ਕਿਹਾ ਸੀ ਤਾਂ ਤੁਸੀਂ ਸਾਫ਼ ਮਨਾ ਕਰ ਦਿੱਤਾ ਸੀ। ਤੇ ਇਸ ਤੋਂ ਇੱਕ ਗੱਲ ਪਤਾ ਚੱਲਦੀ ਹੈ ਕਿ ਪੁਰਸ਼ ਹਮੇਸ਼ਾ ਖੁਦ ਦੇ ਕਰਤੱਵ ਬੜੇ ਹੋਣ ਦਾ ਹੀ ਦਿਖਾਵਾ ਕਰਦੇ ਹਨ ਤੇ ਸਿੱਧੀ ਸਾਦੀ ਔਰਤ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਕਮੀ ਕੇਵਲ ਔਰਤ ਵਿੱਚ ਹੀ ਨਹੀਂ ਸਗੋਂ ਪੁਰਸ਼ ਵਿੱਚ ਵੀ ਹੋ ਸਕਦੀ ਹੈ, ਜਦਕਿ ਪੁਰਸ਼ ਇਹ ਗੱਲ ਭੁੱਲ ਜਾਂਦੇ ਹਨ ਤੇ ਜਦ ਤੱਕ ਸੱਚਾਈ ਦਾ ਪਤਾ ਚੱਲਦਾ ਹੈ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।